पंजाब रंगला पंजाब हुंदा सी, वो पंजाब उड़ता पंजाब बन गया और उड़ता पंजाब बनाउण दी तैयारी की गई अमृतसर तो। लगता लंबे समय तो 7 साल हो गए लोग इंसाफ ਡੀਕਦੇ ਨੇ, इंसाफ मिल पाएगा कदे? बादल साहब ने कहा कि मैं मजबूरी दे विच बदली की, तो मजबूरी की सीगी बादल साहब ने नहीं दस्या। इलैक्शनां तो बाद आम आदमी पार्टी की सरकार आनी है और आम आदमी पार्टी की सरकार आ गई, फिर जमानत होनी नहीं। ਰਿਪੋਰਟ ਦਾਇਰ ਕੀਤੀ, ਤੁਹਾਡੀ ਰਿਪੋਰਟ ਤੋਂ ਬਾਅਦ ਕਾਂਗਰਸ ਦੇ ਲੀਡਰ ਕਹਿੰਦੇ ਨੇ ਕਿ ਸਾਨੂੰ ਸਿਆਸੀ ਨੁਕਸਾਨ ਹੋਇਆ, ਕਹਿੰਦੇ ਰਿਪੋਰਟ ਦੇ ਨਾਲ। परमात्मा की आवाज़ आई कि हुण नौकरी छड्डो, सारिਆਂ ਨੂੰ एक्सपोज करो। मैं एक्सपोज किया, कैप्टन साहब ਨੂੰ जाना पिया। ਦੇਖਿਆ ਵੀ ਪਹਿਲਾਂ ਵੀ ਮਾਝੇ ਤੋਂ ਸੀਗੇ, ਇਸ ਵਾਰ ਈਸਟ ਤੋਂ ਆ ਗਏ ਨੇ। ਪਿੰਡ ਦੇ ਵਿੱਚ ਰਹਿੰਦਾ ਠੀਕ ਸੀਗਾ, ਇਹ ਮੌਤ ਜਦੋਂ ਆਉਂਦੀ ਹੈ ਨਾ ਤਾਂ ਬੰਦਾ ਸ਼ਹਿਰ ਦੇ ਵਿੱਚ ਆਉਂਦਾ ਹੈ। ਪੁਲਿਸ ਦੀ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਆਉਣ ਵਾਲੇ ਕੁੰਵਰ ਵਿਜੇ ਪ੍ਰਤਾਪ ਇਸ ਵਾਰ ਅੰਮ੍ਰਿਤਸਰ ਨੌਰਥ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਕੁੰਵਰ ਵਿਜੇ ਪ੍ਰਤਾਪ ਹੁਣਾਂ ਦਾ ਇੱਕ ਐਡਾ ਵੱਡਾ ਨਾਮ ਹੈਗਾ, ਨੌਕਰੀ ਕਰਦੇ ਸਮੇਂ ਪੰਜਾਬ ਦੀ ਕਈ ਵਾਰ ਸਿਆਸਤ ਹਿਲਾ ਚੁੱਕੇ ਨੇ, ਇਸ ਵਾਰ ਖੁਦ ਸਿਆਸਤ ਦੇ ਵਿੱਚ ਆ ਚੁੱਕੇ ਨੇ। ਕਿਸ ਤਰੀਕੇ ਦਾ ਕਮਾਲ ਕਰਨਗੇ, ਕਿਉਂਕਿ ਨੌਕਰੀ ਕਰਦੇ ਕਈ ਤਰੀਕੇ ਦੇ ਕਮਾਲ ਕੁੰਵਰ ਵਿਜੇ ਪ੍ਰਤਾਪ ਹੁਣਾਂ ਨੇ ਕੀਤੇ ਨੇ। ਇਸ ਵੇਲੇ ਮੈਦਾਨ ਦੇ ਵਿੱਚ ਨੇ ਕੁੰਵਰ ਵਿਜੇ ਪ੍ਰਤਾਪ ਮੇਰੇ ਨਾਲ ਨੇ। ਸਵਾਗਤ ਹੈ ਸਰ। ਪਹਿਲਾਂ ਤਾਂ ਥੈਂਕ ਯੂ। ਕਿਵੇਂ ਦੇਖਦੇ ਹੋ ਅਫਸਰਸ਼ਾਹੀ ਛੱਡ ਕੇ ਇਸ ਵਾਰ ਨੇਤਾ ਦੇ ਰੂਪ ਦੇ ਵਿੱਚ? ਦੇਖੋ, ਅਸੀਂ ਅਫਸਰਸ਼ਾਹੀ ਨਹੀਂ ਕੀਤੀ, ਅਸੀਂ ਸੇਵਾ ਕੀਤੀ। ਜੋ ਪਬਲਿਕ ਸਰਵੈਂਟ ਦਾ ਕੰਮ ਹੁੰਦਾ ਹੈ, ਅਸੀਂ ਮਤਲਬ ਇੱਕ ਪਬਲਿਕ ਸਰਵੈਂਟ ਦੇ ਰੂਪ ਦੇ ਵਿੱਚ ਕੰਮ ਕੀਤਾ। ਲੋਕੀ ਅਫਸਰਸ਼ਾਹੀ ਜ਼ਰੂਰ ਕਰਦੇ ਨੇ, ਲੇਕਿਨ ਅਸੀਂ ਲੋਕਾਂ ਦੇ ਸੇਵਕ ਬਣ ਕੇ ਕੰਮ ਕੀਤਾ। ਪਬਲਿਕ ਸਰਵੈਂਟ ਹੀ ਕਿਹਾ ਜਾਂਦਾ ਹੈ ਔਰ ਅਸੀਂ ਹਮੇਸ਼ਾ ਪਬਲਿਕ ਸਰਵੈਂਟ ਬਣ ਕੇ ਕੰਮ ਕੀਤਾ। ਔਰ ਇਹ ਵੀ ਦੇਖੋ, ਪਬਲਿਕ ਸਰਵੈਂਟ ਦਾ ਹੀ ਕੰਮ ਹੈ, ਲੋਕਾਂ ਦੀ ਸੇਵਾ ਕਰਨੀ ਹੈ। ਔਰ ਮੈਂ ਦੇਖੋ, ਜਦੋਂ ਦੇਖ ਲਿਆ ਨਾ ਕਿ ਡੈਮੋਕ੍ਰੇਸੀ ਨੂੰ ਹਾਈਜੈਕ ਕਰ ਲਿਆ ਗਿਆ ਹੈ ਲੀਡਰਾਂ ਵੱਲੋਂ, ਫਿਰ ਮੇਰੇ ਮਨ ਦੇ ਵਿੱਚ ਗੱਲ ਆਈ ਕਿ ਨਹੀਂ, ਇਸ ਹਾਈਜੈਕਿੰਗ ਨੂੰ ਖਤਮ ਕਰਨਾ ਹੈ ਔਰ ਲੋਕਾਂ ਦਾ ਰਾਜ ਲੈ ਕੇ ਆਉਣਾ ਹੈ। ਔਰ ਸਾਡਾ ਮਕਸਦ ਇਹ ਹੈ ਕਿ ਅਸੀਂ ਲੋਕਾਂ ਦਾ ਰਾਜ ਲੈ ਕੇ ਆਈਏ, ਤਾਂ ਹੀ ਲੋਕੀ ਖੁਸ਼ਹਾਲ ਹੋਣਗੇ, ਹਰ ਪਾਸੇ ਸ਼ਾਂਤੀ ਰਹੂਗੀ। ਕਿਉਂਕਿ ਦੇਖੋ, ਲੀਡਰਾਂ ਦੀ ਗੱਲ ਤੁਸੀਂ ਦੇਖੋਗੇ ਤੇ ਸਾਰੇ 5 ਸਾਲ ਬਾਅਦ ਆਉਂਦੇ ਨੇ ਔਰ ਵੋਟ ਇਹਨਾਂ ਨੂੰ ਮਿਲਦਾ ਨਹੀਂ ਹੈ। ਕਿਸੇ ਨੂੰ ਜਨਤਾ ਰਿਜੈਕਟ ਕਰਦੀ ਹੈ ਨਾ ਤਾਂ ਕੋਈ ਸਿਲੈਕਟ ਹੋ ਜਾਂਦਾ ਹੈ। ਅੱਜ ਤੱਕ ਇਲੈਕਸ਼ਨ ਹੋਇਆ ਨਹੀਂ ਪੰਜਾਬ ਦੇ ਵਿੱਚ, ਕਿਸੇ ਦੇ ਰਿਜੈਕਸ਼ਨ ਦੇ ਵਿੱਚ ਕਿਸੇ ਦਾ ਸਿਲੈਕਸ਼ਨ ਹੋ ਜਾਂਦਾ ਹੈ। ਮਾੜਾ ਕੰਮ ਕਰਦੇ ਨੇ, ਜਨਤਾ ਉਹਨਾਂ ਨੂੰ ਨਕਾਰ ਦਿੰਦੀ ਹੈ, ਕੋਈ ਹੋਰ ਸਿਲੈਕਟ ਹੋ ਕੇ ਆ ਜਾਂਦਾ ਹੈ। ਤੇ ਇਸ ਵਾਰੀ ਜਨਤਾ ਇਲੈਕਸ਼ਨ ਕਰੂਗੀ ਔਰ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਊਗੀ। ਨੌਕਰੀ ਕਰਦੇ ਤੁਸੀਂ ਕਈ ਕੰਮ ਕੀਤੇ ਅੰਮ੍ਰਿਤਸਰ ਦੇ ਵਿੱਚ, ਚੱਪੇ ਚੱਪੇ ਤੋਂ ਤੁਸੀਂ ਜਾਣੂ ਹੈਗੇ ਹੋ। ਅੰਮ੍ਰਿਤਸਰ ਦੇ ਕਿਹੜੇ ਵੱਡੇ ਮੁੱਦਿਆਂ ਤੇ ਇਸ ਵਾਰ ਇਲੈਕਸ਼ਨ ਲੜੇ ਹੋ ਨੌਰਥ 'ਚ? ਦੇਖੋ, ਇਹ ਮੁੱਦਾ ਅੰਮ੍ਰਿਤਸਰ ਜੋ ਹੈ ਔਰ ਪੰਜਾਬ ਹੈ, ਪੰਜਾਬ ਰੰਗਲਾ ਪੰਜਾਬ ਹੁੰਦਾ ਸੀ ਔਰ वो पंजाब उड़ता पंजाब बन गया और उड़ता पंजाब बनाउण ਦੀ ਤਿਆਰੀ ਕੀਤੀ ਗਈ ਅੰਮ੍ਰਿਤਸਰ ਤੋਂ। ਜਦੋਂ ਮੈਂ ਐਸਐਸਪੀ ਸੀਗਾ, ਨਸ਼ਾ ਵੀ ਖਤਮ ਸੀ 2009 ਦੇ ਵਿੱਚ, ਕ੍ਰਾਈਮ ਵੀ ਖਤਮ ਸੀ। ਤਾਂ ਨਸ਼ਾ ਬਚਾਉਣ ਵਾਸਤੇ, ਨਸ਼ੇ ਦਾ ਕਾਰੋਬਾਰ ਪੰਜਾਬ ਦੇ ਵਿੱਚ ਕਰਵਾਉਣ ਵਾਸਤੇ ਮੇਰੀ ਬਦਲੀ ਕਰਾਈ ਗਈ। ਜਨਤਾ ਨੇ ਬਹੁਤ ਪ੍ਰੋਟੈਸਟ ਕੀਤਾ ਉਸ ਬਦਲੀ ਦੇ ਖਿਲਾਫ, ਲੇਕਿਨ ਇਹਨਾਂ ਨੇ ਬਦਲੀ ਕਰਵਾਈ। ਬਾਦਲ ਸਾਹਿਬ ਨੇ ਕਿਹਾ ਕਿ ਮੈਂ ਮਜਬੂਰੀ ਦੇ ਵਿੱਚ ਬਦਲੀ ਕੀਤੀ, ਤਾਂ ਉਹ ਮਜਬੂਰੀ ਕੀ ਸੀਗੀ ਬਾਦਲ ਸਾਹਿਬ ਨੇ ਨਹੀਂ ਦੱਸਿਆ। ਲੇਕਿਨ ਬਾਅਦ ਦੇ ਵਿੱਚ ਜਦੋਂ ਉੜਤਾ ਪੰਜਾਬ ਬਣ ਗਿਆ ਤਾਂ ਫਿਰ ਪਤਾ ਲੱਗਿਆ ਕਿ ਮਜਬੂਰੀ ਵਹੀ ਸੀਗੀ ਜਿਸ ਕਰਕੇ ਬਾਦਲ ਸਾਹਿਬ ਨੂੰ ਬਦਲੀ ਕਰਨੀ ਪਈ। ਤਾਂ ਦੇਖੋ, ਅੰਮ੍ਰਿਤਸਰ ਦੇ ਬਹੁਤ ਸਾਰੇ ਮੁੱਦੇ ਨੇ। ਡਿਵੈਲਪਮੈਂਟ ਸਭ ਤੋਂ ਵੱਡਾ ਮੁੱਦਾ ਹੈ। ਲੀਡਰਾਂ ਨੇ ਆਪਣਾ ਡਿਵੈਲਪਮੈਂਟ ਕੀਤਾ, ਸੜਕ ਦੇ ਵਿਚਕਾਰ ਸੜਕ ਬਣਾਈ, ਨਾ ਦੇ ਦਿੱਤਾ BRTS। ਉਸ ਦੇ ਨਾਲ ਫਾਇਦਾ ਲੀਡਰਾਂ ਨੂੰ ਹੋਇਆ, ਆਮ ਜਨਤਾ ਪਰੇਸ਼ਾਨ ਰਹੀ। ट्रिलियम मॉल बनाया लीडर ने अपने वास्ते बनाया। सरकारी जगह मेंटल रिसर्च इंस्टीट्यूट की थां बेच के उत्थे होटल भी बनवाया, ताज होटल। बहुत सारे काम इन्होंने किए। हुण देखो, सर्किट हाउस ही बेच दिता इन्होंने। तो एक इत्थे दा बहुत बड़ा मंत्री सर्किट हाउस दे विच होटल बना रहा है। तो तुसी देखो, हर पासे लीडर ने मतलब हाईजैक किया डेमोक्रेसी नूं, लोकां दे अधिकार उन्होंने छीन ले। साडा मकसद है कि लोगों का अधिकार लोगों को मिले, लोगों को पता चले कि प्रजातंत्र के मालिक वो ने, डेमोक्रेसी के मालिक वो ने। ਬਿਊਰੋਕ੍ਰੇਸੀ ਨੂੰ ਕਹਿੰਦੇ ਸਭ ਤੋਂ ਜ਼ਿਆਦਾ ਪਤਾ ਹੁੰਦਾ। ਤੁਸੀਂ ਉੜਦਾ ਪੰਜਾਬ ਦੀ ਗੱਲ ਕੀਤੀ, ਕੀ ਲੱਗਦਾ ਸਭ ਤੋਂ ਵੱਧ ਉੜਦਾ ਪੰਜਾਬ ਬਣਾਉਣ ਦੇ ਵਿੱਚ ਕਿਹਦਾ ਹਿੱਸਾ ਰਿਹਾ ਜਾਂ ਨਹੀਂ? ਦੇਖੋ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ 5ਵੇਂ ਸਾਲ ਦੇ ਵਿੱਚ ਆ ਕੇ, ਉਹ ਵੀ 5ਵਾਂ ਸਾਲ ਜਦੋਂ ਖਤਮ ਹੋ ਰਿਹਾ ਹੈ ਤੇ ਇੱਕ ਮੁਕੱਦਮਾ ਦਰਜ ਕਰਵਾਇਆ ਨਸ਼ੇ ਦਾ ਜੋ ਸਭ ਤੋਂ ਵੱਡਾ ਸੌਦਾਗਰ ਹੈ ਉਸ ਦੇ ਖਿਲਾਫ। ਉਹ ਸਿਰਫ ਇਸ ਕਰਕੇ ਕਰਾਇਆ कि 2022 ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਫਿਰ ਜ਼ਮਾਨਤ ਹੋਣੀ ਨਹੀਂ ਹੈ। ਤਾਂ ਉਹ ਰਫਾ ਦਫਾ ਕਰਨ ਵਾਸਤੇ ਉਹਨਾਂ ਨੇ ਪਹਿਲਾ ਮੁਕੱਦਮਾ ਦਰਜ ਕਰਕੇ ਇੱਕ ਅਲਾਈਅੰਸ ਦੇ ਤਹਿਤ, ਇੱਕ ਸਟ੍ਰੈਟਜੀ ਦੇ ਤਹਿਤ ਉਹਨਾਂ ਨੇ ਜ਼ਮਾਨਤ ਕਰਵਾਈ। ਸਾਰਾ ਕੁਝ ਇੱਕ ਡਰਾਮੇਬਾਜ਼ੀ ਚੱਲ ਰਹੀ ਹੈ ਸਰਕਾਰ ਵੱਲੋਂ। ਤੁਸੀਂ ਵੀ ਕਹਿੰਦੇ ਹੋ ਸਕ੍ਰਿਪਟਡ ਹੈ, ਆਮ ਆਦਮੀ ਪਾਰਟੀ ਦੇ ਬਾਕੀ ਲੀਡਰ ਵੀ ਕਹਿੰਦੇ ਨੇ ਕਿ ਇਹ ਸਕ੍ਰਿਪਟਡ ਹੋ ਰਿਹਾ ਸਾਰਾ, ਪਰ ਕਾਂਗਰਸ ਦੇ ਲੀਡਰ ਕਹਿੰਦੇ 23 ਤਰੀਕ ਨੂੰ ਮਜੀਠੀਆ ਜੇਲ੍ਹ ਹੋਣਗੇ।
ਨਹੀਂ, ਇਹ ਕੁਝ ਨਹੀਂ ਕਰਾਉਣਗੇ। ਇਹਨਾਂ ਦਾ ਸਕ੍ਰਿਪਟ ਪਹਿਲਾਂ ਤੋਂ ਬਣਾਇਆ ਸੀ। ਉਹ ਬੇਅਦਬੀ ਤੋਂ ਇਹਨਾਂ ਨੇ ਸ਼ੁਰੂ ਕੀਤੀ ਸੀ। ਇਹਨਾਂ ਦੀ ਸਾਂਠ-ਗਾਂਠ ਅਕਾਲੀ ਦਲ ਦੇ ਨਾਲ ਹੋਈ, ਦੋਸ਼ੀ ਪਰਿਵਾਰ ਦੇ ਨਾਲ ਹੋਈ ਕੈਪਟਨ ਸਾਹਿਬ ਦੀ। ਤੁਸੀਂ ਦੇਖ ਲਿਆ ਸਿੱਧਾ ਜਦੋਂ ਮੈਂ ਰਿਜ਼ਾਈਨ ਕੀਤਾ ਤੇ ਕੈਪਟਨ ਸਾਹਿਬ ਨੂੰ ਜਾਣਾ ਪਿਆ। ਉਸੇ ਦਿਨ ਕੈਪਟਨ ਸਾਹਿਬ ਨੂੰ ਪਤਾ ਚੱਲ ਗਿਆ ਸੀ। 7-8 ਦਿਨ ਤੱਕ ਮੇਰਾ ਇਸਤੀਫਾ ਰੋਕ ਕੇ ਰੱਖੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੇਰੇ ਇਸਤੀਫੇ ਤੋਂ ਬਾਅਦ ਜਾਣਾ ਪਊਗਾ, ਕਿਉਂਕਿ ਉਹਨਾਂ ਦੀ ਸਟ੍ਰੈਟਜੀ ਜੋ ਉਹਨਾਂ ਨੇ ਬਣਾਈ ਸੀ ਉਹਦੇ ਵਿੱਚ ਮੇਰਾ ਇਸਤੀਫਾ ਨਹੀਂ ਸੀ। ਉਹਨਾਂ ਨੂੰ ਇਹ ਸੀਗਾ ਕਿ ਹਾਂ, ਰਿਪੋਰਟ ਖਾਰਿਜ ਕਰਵਾਓ ਤੇ 5 ਸਾਲ ਤੱਕ ਪੰਜਾਬ ਦੇ ਵਿੱਚ ਦੁਬਾਰਾ ਰਾਜ ਕਰੋ ਭਾਈਵਾਲ ਪਾਰਟੀ ਦੇ ਨਾਲ। ਲੇਕਿਨ ਇਹ ਸਾਰਾ ਕੁਝ ਇਸ ਤਰ੍ਹਾਂ ਹੁੰਦਾ ਨਹੀਂ ਹੈ। ਪਰਮਾਤਮਾ ਦੀ ਆਵਾਜ਼ ਆਈ ਕਿ ਹੁਣ ਨੌਕਰੀ ਛੱਡੋ, ਸਾਰਿਆਂ ਨੂੰ ਐਕਸਪੋਜ਼ ਕਰੋ। ਮੈਂ ਐਕਸਪੋਜ਼ ਕੀਤਾ, ਕੈਪਟਨ ਸਾਹਿਬ ਨੂੰ ਜਾਣਾ ਪਿਆ। ਚਲੋ, ਉਸ ਦਾ ਫਾਇਦਾ ਚੰਨੀ ਸਾਹਿਬ ਨੇ ਲਿਆ, ਸਿੱਧੂ ਸਾਹਿਬ ਨੇ ਵੀ ਲੈਣ ਦੀ ਕੋਸ਼ਿਸ਼ ਕੀਤੀ, ਦਾ ਉਹਨਾਂ ਦਾ ਨਹੀਂ ਲੱਗਿਆ, ਚੰਨੀ ਸਾਹਿਬ ਨੂੰ ਮਿਲ ਗਿਆ। ਲੇਕਿਨ ਦੇਖੋ, ਪੰਜਾਬ ਨੂੰ ਇਹਨਾਂ ਨੇ ਗਿਰਵੀ ਰੱਖਿਆ ਹੈ। ਪੰਜਾਬ ਨੂੰ ਔਰ ਪੰਜਾਬ ਦੀ ਜਨਤਾ ਨੂੰ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਇਸ ਜਨਤਾ ਨੂੰ ਔਰ ਪੰਜਾਬ ਨੂੰ ਇਸ ਗੁਲਾਮੀ ਤੋਂ ਮੁਕਤ ਕਰਾਉਣਾ ਹੈ। ਤੁਸੀਂ ਰਿਪੋਰਟ ਦਾਇਰ ਕੀਤੀ, ਤੁਹਾਡੀ ਰਿਪੋਰਟ ਤੋਂ ਬਾਅਦ ਕਾਂਗਰਸ ਦੇ ਲੀਡਰ ਕਹਿੰਦੇ ਨੇ ਕਿ ਸਾਨੂੰ ਸਿਆਸੀ ਨੁਕਸਾਨ ਹੋਇਆ, ਕਹਿੰਦੇ ਰਿਪੋਰਟ ਦੇ ਨਾਲ। ਨਹੀਂ, ਦੇਖੋ, ਉਹਨਾਂ ਨੇ ਸਿਰਫ ਤੇ ਸਿਰਫ ਸਿਆਸਤ ਕੀਤੀ ਹੈ। ਕਾਂਗਰਸ ਦੇ ਕਿਸੇ ਵੀ ਲੀਡਰ ਨੂੰ ਲਿਆ ਕੇ ਬਿਠਾ ਦਿਓ, ਇੱਕ ਲਾਈਨ ਸਮਝ ਦੇ ਵਿੱਚ ਨਹੀਂ ਆਊਗੀ। ਉਸ ਰਿਪੋਰਟ ਦੀ ਇੱਕ ਲਾਈਨ ਵੀ ਸਮਝ ਦੇ ਵਿੱਚ ਨਹੀਂ ਆਊਗੀ। ਉਹਨਾਂ ਨੂੰ ਇਹ ਵੀ ਪਤਾ ਨਹੀਂ ਹੈ, ਖਾਸ ਕਰ ਮਨੀਸ਼ ਤਿਵਾਰੀ ਵੀ ਕੁਝ ਅੰਮ੍ਰਿਤਸਰ ਆ ਕੇ ਬੋਲ ਗਏ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਰਿਪੋਰਟ ਦਾਇਰ ਕਿੱਥੇ ਕੀਤੀ ਗਈ ਸੀ। ਉਹਨਾਂ ਨੂੰ ਸਾਹਮਣੇ ਬੁਲਾ ਕੇ ਪੁੱਛ ਲਓ। ਰਿਪੋਰਟ ਤਾਂ ਦਾਇਰ ਹੋਈ ਸੀ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ, ਉੱਥੇ ਟ੍ਰਾਇਲ ਚੱਲ ਰਿਹਾ ਸੀ। ਇਹਨਾਂ ਨੂੰ ਕੀ ਜਲਦਬਾਜ਼ੀ ਸੀਗੀ ਕਿ ਚੰਡੀਗੜ੍ਹੋਂ ਖਾਰਿਜ ਕਰਵਾਈ ਰਿਪੋਰਟ। ਚੰਡੀਗੜ੍ਹ ਦਾ ਜੁਰਿਸਡਿਕਸ਼ਨ ਬੰਦਾ ਨਹੀਂ ਸੀ। ਟ੍ਰਾਇਲ ਜੇਕਰ ਹੋ ਜਾਂਦਾ ਫਿਰ ਅਪੀਲ ਦੇ ਵਿੱਚ ਜੋ ਮਰਜ਼ੀ ਕਰਦੇ। ਲੇਕਿਨ ਇਹਨਾਂ ਲੀਡਰਾਂ ਨੂੰ ਕੁਝ ਪਤਾ ਨਹੀਂ ਹੈ, ਔਰ ਪਤਾ ਹੈ ਵੀ ਤਾਂ ਇਹ ਐਕਸਪੋਜ਼ ਹੋ ਚੁੱਕੇ ਨੇ। ਇਸ ਕਰਕੇ ਜੋ ਮਰਜ਼ੀ ਕਰਨ, ਜਨਤਾ ਨੂੰ ਸਾਰਾ ਕੁਝ ਪਤਾ ਲੱਗ ਗਿਆ ਹੈ। ਪੰਜਾਬ ਦਾ ਵੱਡਾ ਮੁੱਦਾ ਜਿਹਨੂੰ ਤੁਸੀਂ ਬਰੀਕੀ ਦੇ ਨਾਲ ਘੋਖਿਆ, ਬੇਅਦਬੀ ਦਾ ਮਸਲਾ, ਕੀ ਲੱਗਦਾ ਲੰਬੇ ਸਮੇਂ ਤੋਂ 7 ਸਾਲ ਹੋ ਗਏ ਲੋਕ ਇਨਸਾਫ ਡੀਕਦੇ ਨੇ, ਇਨਸਾਫ ਮਿਲ ਪਾਏਗਾ ਕਦੇ? ਨਹੀਂ, ਦੇਖੋ, ਇਨਸਾਫ ਤਾਂ ਇਹਨਾਂ ਨੇ ਇਨਸਾਫ ਦਾ ਕਤਲ ਕੀਤਾ, ਇਨਸਾਨੀਅਤ ਦਾ ਕਤਲ ਕੀਤਾ। ਕਿਉਂਕਿ ਮਸਲਾ 2015 ਦਾ 6 ਸਾਲ ਤੋਂ ਜ਼ਿਆਦਾ ਹੋ ਗਏ। ਔਰ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਇਸ ਚੀਜ਼ ਨੂੰ ਕੰਡਕਟ ਕੀਤਾ, ਇਸ ਮਸਲੇ ਨੂੰ, ਸਾਰਿਆਂ ਨੂੰ ਪਤਾ ਸੀ। ਸੁਨੀਲ ਜਾਖੜ ਪ੍ਰਧਾਨ ਸੀਗੇ, ਕੈਪਟਨ ਅਮਰਿੰਦਰ ਸਿੰਘ ਮੰਤਰੀ ਸੀਗੇ, ਸੁਖੀ ਰੰਧਾਵਾ ਉਹ ਵੀ ਮੰਤਰੀ ਸੀਗੇ। ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਦੇ ਮੰਤਰੀ ਸੀਗੇ, ਜਿਨ੍ਹਾਂ ਨੂੰ ਮੁੱਖ ਮੰਤਰੀ ਕਿਹਾ ਜਾਂਦਾ ਹੈ। ਸਾਰਿਆਂ ਨੇ ਮਿਲ ਕੇ ਜਿਸ ਤਰੀਕੇ ਦੇ ਨਾਲ ਕੰਡਕਟ ਕੀਤਾ ਆਪਣੇ ਆਪ ਨੂੰ ਤੇ ਇਸ ਕੇਸ ਨੂੰ, ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਨਸਾਫ ਨਾ ਮਿਲ ਸਕੇ। ਲੇਕਿਨ ਦੇਖੋ, ਜੋ ਡੈਮੇਜ ਹੋ ਗਿਆ ਹੈ, ਡੈਮੇਜ ਹੋ ਗਿਆ ਹੈ। ਲੇਕਿਨ ਅਸੀਂ ਜ਼ਰੂਰ ਇਨਸਾਫ ਦਿਲਾਵਾਂਗੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ। ਜਦੋਂ ਤੁਸੀਂ ਰਿਪੋਰਟ ਦਾਇਰ ਕੀਤੀ, ਅਸਤੀਫਾ ਦਿੱਤਾ, ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਹਿੱਲ ਗਈ। ਕੈਪਟਨ ਅਮਰਿੰਦਰ ਸਿੰਘ ਲੱਤ ਗਏ, ਚੰਨੀ ਗੱਦੀ ਦੇ ਉੱਪਰ ਬੈਠ ਗਏ। ਉਹਨਾਂ ਦੇ 111 ਦਿਨਾਂ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ? ਨਹੀਂ, ਦੇਖੋ, ਉਹ ਤਾਂ 111 ਦਿਨਾਂ ਦਾ ਜੋ ਕਾਰਜਕਾਲ ਹੈ ਨਾ ਜੀ, ਉਹ ਸਿਰਫ ਧੋਖਾ ਹੈ ਪੰਜਾਬ ਦੇ ਨਾਲ ਤੇ ਪੰਜਾਬੀਆਂ ਦੇ ਨਾਲ। ਉਹਨਾਂ ਨੇ ਕੁਝ ਕਰਨਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਦੇ ਵਿੱਚ ਉਹ ਇੱਕ ਮੰਤਰੀ ਹੁੰਦੇ ਸੀ, ਕੈਬਨਿਟ ਮੰਤਰੀ। ਕਰ ਰੋਜ਼ਗਾਰ ਯੋਜਨਾ ਦੀ ਜ਼ਿੰਮੇਵਾਰੀ ਉਹਨਾਂ ਦੀ ਹੀ ਸੀ। ਕਿਸੇ ਨੂੰ ਪੁੱਛ ਲਓ, ਇੱਥੇ ਸੈਂਕੜੇ ਹਜ਼ਾਰੇ ਲੋਕ ਨੇ, ਕਿਸੇ ਪਰਿਵਾਰ ਦੇ ਵਿੱਚ ਕਿਸੇ ਨੂੰ ਰੋਜ਼ਗਾਰ ਮਿਲਿਆ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਤਾਂ ਉਹ ਆਪਣਾ ਕੰਮ ਬਤੌਰ ਮੰਤਰੀ ਨਹੀਂ ਕਰ ਸਕੇ ਤਾਂ ਚੀਫ ਮਿਨਿਸਟਰ ਬਣ ਕੇ ਦਿੱਲੀੋਂ ਇੱਕ ਸਕ੍ਰਿਪਟਡ ਸਟੋਰੀ ਆਉਂਦੀ ਹੈ, ਡੇਲੀ ਐਲਾਨ ਕਰਦੇ ਨੇ ਤੇ ਜਨਤਾ ਨੇ ਉਹਨਾਂ ਦਾ ਨਾਮ ਸਿਰਫ ਐਲਾਨ ਮੰਤਰੀ ਰੱਖਿਆ ਹੈ। ਉਸ ਐਲਾਨ ਦੇ ਨਾਲ ਕੁਝ ਨਹੀਂ ਹੁੰਦਾ ਹੈ। ਜੇਕਰ ਉਹ ਇੱਕ ਬਤੌਰ ਮੰਤਰੀ ਫਲॉप ਸੋ ਸਾਬਿਤ ਹੋਏ ਤਾਂ ਬਤੌਰ ਚੀਫ ਮਿਨਿਸਟਰ ਵੀ ਉਹ ਫਲॉप ਸੋ ਸਾਬਿਤ ਹੋਏ ਨੇ। ਅੱਜ ਦੇਖੋ, 111 ਦਿਨਾਂ ਦੇ ਵਿੱਚ ਜੋ ਪੰਜਾਬ ਦਾ ਲਾਅ ਐਂਡ ਆਰਡਰ ਹੈ ਉਹ ਕੋਲੈਪਸ ਕਰ ਗਿਆ ਹੈ ਜੀ। ਲਾਅ ਐਂਡ ਆਰਡਰ ਹੈ ਹੀ ਨਹੀਂ। ਜਿੱਥੇ ਮਰਜ਼ੀ ਸਨੈਚਿੰਗ, ਵਪਾਰੀ ਨੂੰ ਲੁੱਟ ਲੈ ਰਹੇ ਨੇ, ਵਪਾਰੀ ਨੂੰ ਥ੍ਰੈਟ ਕਾਲ ਹੁੰਦਾ ਹੈ ਕਿ ਹਾਂਜੀ ਤੁਸੀਂ ਪੈਸਾ ਦਿਓ, ਤਾਂ ਫਿਰ ਇਹ ਦੇਖੋ ਐਕਸਟੋਰਸ਼ਨ ਦਿੰਦੇ ਨੇ। ਤੇ ਇੱਥੇ ਦੇਖੋ ਕੋਈ ਰਾਜ ਹੈ ਹੀ ਨਹੀਂ, ਐਨਾਰਕੀ ਹੋਏ ਔਰ ਅਰਾਜਕਤਾ ਦੀ ਸਥਿਤੀ ਹੈ। ਡਿਵੈਲਪਮੈਂਟ ਦੇ ਨਾਂ ਤੇ ਇਹਨਾਂ ਨੇ ਠੱਗੀ ਮਾਰੀ ਹੈ। ਅੱਜ ਵੀ ਦੇਖੋ ਕੋਡ ਲੱਗ ਗਿਆ ਹੈ, ਬੈਕ ਡੇਟ ਦੇ ਵਿੱਚ ਸਾਰਾ ਕੰਮ ਕਰਾਈ ਜਾ ਰਹੇ ਨੇ ਤੇ 10 ਰੁਪਇਆ ਖਰਚ ਕਰਦੇ ਨੇ, 50 ਰੁਪਇਆ ਦਾ ਬਿੱਲ ਬਣਦਾ ਹੈ। ਇਹ ਸਾਰਾ ਕੁਝ ਦੇਖੋ, ਚੰਨੀ ਸਾਹਿਬ ਵੀ ਫਲॉप ਸੋ, ਜਿਸ ਤਰ੍ਹਾਂ ਕੈਪਟਨ ਸਾਹਿਬ ਫਲॉप ਸਾਬਿਤ ਹੋਏ ਸੀਗੇ, ਚੰਨੀ ਸਾਹਿਬ ਵੀ ਫਲॉप ਹੋਏ। 111 ਦਿਨਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਇਹੀ ਰਹੀ ਕਿ ਡੀਜੀਪੀ ਹੀ ਇਹਨਾਂ ਨੂੰ ਲਗਾਉਣ ਦੀ ਸਮਝ ਦੇ ਵਿੱਚ ਨਹੀਂ ਆਈ ਕਿ ਡੀਜੀਪੀ ਲਗਾਉਣਾ ਕਿਸ ਨੂੰ ਹੈ। ਇੱਕ ਨੂੰ ਲਗਾਇਆ, ਫਿਰ ਉਹਨੂੰ ਹਟਾਇਆ, ਦੂਸਰੇ ਨੂੰ ਲਗਾਇਆ, ਫਿਰ ਹਟਾਇਆ। ਤੇ ਇਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਜੋ ਸਰਕਾਰ ਇੱਕ ਡੀਜੀਪੀ ਦੇ ਉੱਤੇ ਫੈਸਲਾ ਨਹੀਂ ਕਰ ਸਕਦੀ ਹੈ, ਉਹਦੀ ਕਾਰਗੁਜ਼ਾਰੀ ਦੇ ਬਾਰੇ ਸਮਝ ਸਕਦੇ ਹੋ। ਬਰਗਾੜੀ ਕੇਸਾਂ ਦੇ ਜੋ ਵਕੀਲ ਸੀਗੇ ਦੋਸ਼ੀਆਂ ਦੇ, ਉਹਨਾਂ ਨੂੰ ਐਡਵੋਕੇਟ ਜਨਰਲ ਲਗਾਇਆ, ਤਾਂ ਤੁਸੀਂ ਇਹਨਾਂ ਦੀ ਕਾਰਗੁਜ਼ਾਰੀ ਨੂੰ ਸਮਝ ਸਕਦੇ ਹੋ ਕਿ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ। ਇਸ ਕਰਕੇ ਇਹ ਸਭ ਜਨਤਾ ਦੇ ਸਾਹਮਣੇ ਹੈ। ਮੈਨੂੰ ਉਹਦੇ ਉੱਤੇ ਟਿੱਕਾ ਟਿੱਪਣੀ ਕਰਨ ਦੀ ਲੋੜ ਹੀ ਨਹੀਂ ਹੈ। ਅੱਛਾ, ਮਾਝੇ ਦੇ ਵਿੱਚ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ 2017 ਚ ਵੀ ਉਸ ਤਰੀਕੇ ਦੇ ਨਾਲ ਕਮਾਲ ਨਹੀਂ ਕਰ ਸਕੀ। ਇਸ ਵਾਰ ਵੱਡਾ ਚਿਹਰਾ ਉਤਾਰਿਆ ਮਾਝੇ ਦੇ ਵਿੱਚ। ਇਸ ਵਾਰ ਸਥਿਤੀ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਪੰਜਾਬ 'ਚ? ਦੇਖੋ, ਮਾਝੇ ਦੇ ਵਿੱਚ 25 ਸੀਟਾਂ ਨੇ ਜੀ। ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਦੇ ਉੱਤੇ ਜਿੱਤ ਹਾਸਿਲ ਕਰੂਗੀ।
ਮਜੀਠੀਆ ਵੀ ਮਾਝੇ ਦੇ ਵਿੱਚ ਇਸ ਵਾਰ ਪਹਿਲਾਂ ਵੀ ਮਾਝੇ ਤੋਂ ਸੀਗੇ, ਇਸ ਵਾਰ ਈਸਟ ਤੋਂ ਆ ਗਏ ਨੇ। ਟੱਕਰ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਖਿਲਾਫ? ਦੇਖੋ ਜੋ ਸ਼ਹਿਰ ਦੇ ਵਿੱਚ ਆਉਂਦਾ ਹੈ ਨਾ, ਉਹਦੀ ਕਹਾਵਤ ਤੁਹਾਨੂੰ ਪਤਾ ਹੈ ਕਿ ਮੌਤ ਜਦੋਂ ਆਉਂਦੀ ਹੈ ਨਾ ਤਾਂ ਬੰਦਾ ਸ਼ਹਿਰ ਦੇ ਵਿੱਚ ਆਉਂਦਾ ਹੈ, ਠੀਕ ਹੈ। ਉਹ ਪਿੰਡ ਦੇ ਵਿੱਚ ਰਹਿੰਦਾ ਠੀਕ ਸੀਗਾ। ਤੇ ਦੇਖੋ ਉਧਰ ਵੀ ਉਹਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਮਜੀਠਾ ਜੋ ਹਲਕਾ ਹੈ ਨਾ, ਉਹਦੇ ਵਿੱਚ ਉਹਨੇ ਗੁਲਾਮ ਬਣਾ ਕੇ ਲੋਕਾਂ ਨੂੰ ਰੱਖਿਆ ਹੋਇਆ ਸੀ। ਉੱਥੇ ਹਰ ਦਫ਼ਤਰ ਦੇ ਵਿੱਚ ਇਹ ਕਹਿ ਦਿੱਤਾ ਗਿਆ ਸੀ ਕਿ ਕਿਸੇ ਦਾ ਕੰਮ ਨਹੀਂ ਕਰਨਾ ਹੈ। ਤੇ ਜਦੋਂ ਸਾਹਿਬ ਦਾ ਫਰਮਾਨ ਜਾਂਦਾ ਸੀ, ਲੋਕੀ ਜਾ ਕੇ ਤਰਲੇ ਮਾਰਦੇ ਸੀ ਜਾ ਕੇ ਕਿ ਇਹ ਕੰਮ ਕਰਾ ਦਿਓ, ਇਹ ਕੰਮ ਕਰਾ ਦਿਓ। ਫਿਰ ਇੱਧਰੋਂ ਆਰਡਰ ਜਾਂਦਾ ਸੀ, ਫਿਰ ਕੰਮ ਲੋਕਾਂ ਦਾ ਹੁੰਦਾ ਸੀ। ਆਪਨੇ ਦੇ ਉੱਤੇ ਡਿਪੈਂਡੈਂਟ ਬਣਾ ਕੇ ਰੱਖਿਆ ਹੋਇਆ ਸੀ। ਤੇ ਇਸ ਵਾਰੀ ਜਨਤਾ ਨੇ ਦੇਖੋ, ਜਨਤਾ ਨੇ ਉਸ ਦਾ ਹਿਸਾਬ ਕਿਤਾਬ ਲੈ ਲੈਣਾ ਹੈ। ਔਰ ਹਰ ਪਾਸੇ ਤੁਸੀਂ ਦੇਖੋਗੇ ਇੱਧਰ ਵੀ ਮਤਲਬ ਜੇਕਰ ਪੋਲੀਟੀਸ਼ੀਅਨ ਆਪਣੇ ਉੱਤੇ ਡਿਪੈਂਡੈਂਟ ਬਣਾਉਂਦੇ ਨੇ ਆਮ ਜਨਤਾ ਨੂੰ, ਤਾਂ ਜਨਤਾ ਬਰਦਾਸ਼ਤ ਨਹੀਂ ਕਰਦੀ ਹੈ। ਜਨਤਾ ਦੇਖੋ ਇੱਕ ਗੁਲਾਮੀ ਦੀ ਸਥਿਤੀ ਹੈ ਤੇ ਇਸ ਗੁਲਾਮੀ ਤੋਂ ਮੁਕਤੀ ਮਿਲਣੀ ਹੈ। ਔਰ ਉੱਥੇ ਜੋ ਲੜਾਈ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੋਣੀ ਹੈ ਅੰਮ੍ਰਿਤਸਰ ਈਸਟ ਦੇ ਵਿੱਚ। ਔਰ ਜੀਤ ਦੇਖੋ 117 ਹਲਕਿਆਂ ਦੇ ਵਿੱਚ ਜੀਤ ਆਮ ਆਦਮੀ ਪਾਰਟੀ ਦੀ ਹੋਣੀ ਹੈ। ਕਾਨੂੰਨੀ ਪ੍ਰਕਿਰਿਆ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ। ਜਿਹੜਾ ਬਿਕਰਮ ਮਜੀਠੀਆ ਹੋਣਾ ਤੇ FIR ਹੋਈ ਹੈ, ਲੱਗਦਾ ਇਸ ਮਸਲੇ 'ਚ ਕੁਝ ਹੋਏਗਾ? ਨਹੀਂ ਦੇਖੋ FIR ਦਰਜ ਕਰਨ ਦਾ ਤਰੀਕਾ ਗਲਤ ਸੀ। FIR ਛੋਟਾ ਦਰਜ ਕਰਨਾ ਚਾਹੀਦਾ ਸੀ। ਇਹਨਾਂ ਸਾਰਿਆਂ ਨੂੰ ਪਤਾ ਹੈ ਕਿ FIR ਇੰਨਾ ਵੱਡਾ ਨਹੀਂ ਦਰਜ ਕੀਤਾ ਜਾਂਦਾ ਹੈ। ਉਹਦੇ ਵਿੱਚ ED ਦੀ ਬਚਾਉਣ ਵਾਸਤੇ ਵੱਡਾ FIR ਦਰਜ ਹੋਇਆ ਕਿ ਬਚਾਉਣ ਵਾਸਤੇ? ਨਹੀਂ ਦੇਖੋ ਇਹ ਬਚਾਉਣ ਵਾਸਤੇ ਕੀਤਾ ਗਿਆ ਨਾ ਜੀ, ਬਚਾਉਣ ਵਾਸਤੇ ਕੀਤਾ ਗਿਆ। ਜੋ ਐਵੀਡੈਂਸ ਹੈ ਉਹ ਐਵੀਡੈਂਸ ਡਿਸਕਲੋਜ਼ ਨਹੀਂ ਹੋਣਾ ਚਾਹੀਦਾ ਸੀ। 1-2 ਪੇਜ ਦਾ FIR ਹੋਣਾ ਸੀ, ਬਾਕੀ ਸਾਰਾ ਐਵੀਡੈਂਸ ਦੇ ਰੂਪ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕਰਨਾ ਚਾਹੀਦਾ ਸੀ। ਤੇ ਇਹਨਾਂ ਨੇ ਜਾਣ-ਬੁੱਝ ਕੇ ਉਹਨੂੰ ਬਚਾਉਣ ਵਾਸਤੇ ਇਸ ਤਰੀਕੇ ਦੇ ਨਾਲ ਕੀਤਾ। ਕੁਮਰ ਜੀ ਤੁਸੀਂ ਇਹ ਵੀ ਗੱਲ ਕਹੀ ਕਿ ਗੈਂਗਸਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਇਹਨਾਂ ਚੋਣਾਂ ਦੇ ਵਿੱਚ। ਤੁਹਾਨੂੰ ਕਿਉਂ ਲੱਗਦਾ ਕਿ ਗੈਂਗਸਟਰ ਜੇਲ੍ਹ 'ਚੋਂ ਬਾਹਰ ਭੇਜੇ ਜਾ ਰਹੇ ਨੇ? ਦੇਖੋ ਪਿਛਲੇ ਇਲੈਕਸ਼ਨ ਦੇ ਦੌਰਾਨ ਵੀ ਨਾਭਾ ਜੇਲ੍ਹ ਬ੍ਰੇਕ ਕਰਾਇਆ ਗਿਆ ਸੀ। ਮੈਨੂੰ ਉਸ ਦੀ ਇਨਕੁਆਇਰੀ ਮਿਲੀ ਔਰ ਉਸੇ ਦਿਨ ਇਨਕੁਆਇਰੀ ਬਦਲ ਦਿੱਤੀ ਗਈ, ਕਿਉਂਕਿ ਉਦੋਂ ਦੇ ਜਿਹੜੇ ਸਿਆਸਤਦਾਨ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ। ਸੁਰੇਸ਼ ਅਰੋੜਾ ਸਾਹਿਬ DGP ਸੀਗੇ, ਮੈਨੂੰ ਉਹਨਾਂ ਨੇ ਕਿਹਾ ਕਿ ਚਲੋ ਮੇਰੇ ਨਾਲ, ਅੰਮ੍ਰਿਤਸਰ ਦੇ ਵਿੱਚ ਹੀ ਸੀਗੇ, ਨਾਭਾ ਜੇਲ੍ਹ ਬ੍ਰੇਕ ਹੋਇਆ। ਉਹਨਾਂ ਨੇ ਕਿਹਾ ਕਿ ਚਲੋ ਅਸੀਂ ਨਾਭਾ ਚਲਦੇ ਹਾਂ, ਲੇਕਿਨ ਮਤਲਬ ਜਾਂਦੇ ਜਾਣੇ ਮੈਨੂੰ ਰੋਕ ਦਿੱਤਾ ਗਿਆ ਕਿ ਨਹੀਂ। ਔਰ ਉਹ ਇਨਵੈਸਟੀਗੇਸ਼ਨ ਇਸ ਤਰੀਕੇ ਦੇ ਨਾਲ ਮਤਲਬ ਉਹਨੂੰ ਦੂਜੇ ਪਾਸੇ ਲੈ ਕੇ ਗਏ ਇਹ ਲੋਕ ਕਿ ਅੱਜ ਤੱਕ ਪਤਾ ਹੀ ਨਹੀਂ ਚੱਲਿਆ ਕਿ ਹਾਂ ਨਾਭਾ ਜੇਲ੍ਹ ਬ੍ਰੇਕ ਕਰਾਇਆ ਕਿਸ ਨੇ। ਤਾਂ ਤੁਸੀਂ ਦੇਖੋ ਹਮੇਸ਼ਾ ਗੈਂਗਸਟਰਾਂ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ, ਖਾਸ ਕਰ ਇਲੈਕਸ਼ਨਾਂ ਦੇ ਦੌਰਾਨ। ਤਾਂ ਇਸ ਬਾਰੇ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਲ੍ਹਾਂ ਤੋਂ ਇਹ ਬਾਹਰ ਛੱਡ ਰਹੇ ਨੇ ਗੈਂਗਸਟਰਾਂ ਨੂੰ, ਜਾਂ ਅਨਆਫੀਸ਼ੀਅਲੀ ਛੱਡਦੇ ਰਹੇ ਨੇ, ਜਾਂ ਮੰਨ ਲਓ ਕਿਸੇ ਨੇ ਕਿਸੇ ਕੇਸ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਲੈ ਕੇ ਛੱਡ ਰਹੇ ਨੇ, ਤਾਂ ਜੋ ਇਹ ਪਤਾ ਚੱਲ ਸਕੇ, ਇਹ ਜਦ ਪਤਾ ਚੱਲ ਸਕੇ ਕਿ ਹਾਂ ਜੀ ਇਹ ਮਤਲਬ ਲਿਖਤ ਪੜ੍ਹਤ ਦੇ ਵਿੱਚ ਲੈ ਕੇ ਆਏ ਨੇ। ਕਿਉਂਕਿ ਤੁਸੀਂ ਦੇਖੋ ਗੈਂਗਸਟਰ ਜਾਂਦੇ ਨੇ ਆਪਣੇ ਏਰੀਆ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੇ ਮੁਹੱਲੇ ਦੇ ਵਿੱਚ ਲੋਕਾਂ ਨੂੰ ਡਰਾ ਕੇ ਆਉਂਦੇ ਨੇ ਕਿ ਹਾਂ ਜੀ ਇਧਰ ਵੋਟ ਕਰੋ, ਫਲਾਣੇ ਨੂੰ ਵੋਟ ਕਰੋ। ਤੇ ਇਹ ਸਾਰਾ ਸਿਸਟਮ ਬੰਦ ਹੋਣਾ। ਹਲਕੇ 'ਚ ਆ ਰਹੇ ਨੇ? ਦੇਖੋ ਮੇਰੇ ਹਲਕੇ ਦੇ ਵਿੱਚ ਵੀ ਆ ਰਹੇ ਨੇ, ਇਹ ਮੈਨੂੰ ਤਾਂ ਕਲੀਅਰ ਕੱਟ ਪਤਾ ਹੈ। ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮਤਲਬ ਹਲਕੇ ਦੇ ਵਿੱਚ ਆਉਣਾ ਜਾਂ ਮਤਲਬ ਥ੍ਰੈਟ ਕਰਨਾ ਜਾਂ ਮਤਲਬ ਬਹੁਤ ਕਈ ਤਰੀਕੇ ਹੁੰਦੇ ਨੇ, ਜਿਸ ਤਰੀਕੇ ਦੇ ਅਨੁਸਾਰ ਉਹ ਕੰਮ ਕਰੀ ਜਾ ਰਹੇ ਨੇ। लेकिन ये सब चलना नहीं है और अमृतसर की जनता बहुत ही सूझवान है और जनता ने हर चीज़ का जवाब देना है। आखिरी सवाल मैं लऊँगा कुंवर साहब, ये चीज़ां ਦਾ ਪਰਦਾਫਾਸ਼ ਕਰੋਗੇ? ਤੁਸੀਂ ਇਹ ਚੀਜ਼ਾਂ ਦੇ ਵਿੱਚ ਰਹੇ ਹੋ, ਨਾਭਾ ਜੇਲ੍ਹ ਬ੍ਰੇਕ ਕਿਸ ਤਰੀਕੇ ਦੇ ਨਾਲ ਹੋਇਆ ਜਾਂ ਬੇਦਬੀ ਦੇ ਵਿੱਚ ਮੁੱਖ ਦੋਸ਼ੀ ਕੌਣ? ਅਸੀਂ ਜਨਤਾ ਨੂੰ ਡੈਮੋਕ੍ਰੇਸੀ ਦਾ ਮਾਲਿਕ ਬਣਾ ਦੇਣਾ ਹੈ ਜੀ। तो मालिक अपने आप फैसला करूगा, मालिक नहीं देखो इंक्वायरी करनी है। असी कौन होंगे हैं पर्दाफाश करने वास्ते? सारा कुछ जो डेमोक्रेसी दे मालिक आम जनता होंगी है उन्होंने सामने रख देना है, फैसला उन्होंने ही है, इंक्वायरी भी वही करनगे, असी तो कंप्लाइंस करना है जी। सीटां होणगीਆਂ इस बार आम आदमी पार्टी ਨੂੰ? सारिया सीटां ते आम आदमी पार्टी बहुत भारी बहुमत दे नाल जेतू होगी। और इस बारी आम जनता ने देख लिया है कि हाँ रिवायती पार्टियां का की हाल है, खासकर पिछले 20 सालों के माफिया तंत्र का राज रहा है पंजाब दे विच। तो लोग हुण अपना राज लोक राज लेके आना चाहुंदे ने ते लोग इस दे विच कामयाब होणगे, मैनूं पूरा विश्वास है। और पंजाब दोबारा खुशहाल होगा, आबाद होगा, हर पासे शांति रहेगी, हर पासे खुशहाली रहेगी। ठीक है, धन्यवाद गलबात करने के लिए। सो ये कुंवर विजय प्रताप हैगे ने जिहड़े ਅੰਮ੍ਰਿਤਸਰ ਨੌਰਥ ਹਲਕੇ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਵੱਡੀ ਜਿੱਤ ਆਮ ਆਦਮੀ ਪਾਰਟੀ ਦੇ ਵੱਲੋਂ ਹਾਸਲ ਕੀਤੀ ਜਾਵੇਗੀ ਤੇ ਹਾਸਲ ਕਰਨ ਤੋਂ ਬਾਅਦ ਜਿਹੜੇ ਨੇ ਪੰਜਾਬ ਦੇ ਵੱਡੇ ਮੁੱਦੇ ਹੱਲ ਕੀਤੇ ਜਾਣਗੇ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ
ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।